ਹੈਲੋ, ਵੈਲਕਮ ਯੂ ਆਲ ਇਨ ਮਾਈ ਚੈਨਲ ਕੈਰੀਅਰ ਗੁਰੂ ਏਕੇ। ਤੇ 6ਵੇਂ ਪੇ ਕਮਿਸ਼ਨ ਨਾਲ ਸੰਬੰਧਿਤ ਮੇਰੀ ਇਹ ਵੀਡੀਓ ਹੈ ਜਿਹਦੇ 'ਚ ਤੁਹਾਡਾ ਸਵਾਗਤ ਹੈ। ਇਹਦੇ 'ਚ ਮੈਂ ਆਪਸ਼ਨ ਬਾਰੇ ਗੱਲ ਕਰਾਂਗਾ, ਤੁਹਾਡੇ ਨਾਲ ਕਦੋਂ ਤੱਕ ਆਪਸ਼ਨ ਦੇਣਾ ਹੈ ਤੇ ਤੁਹਾਡੀ ਤਨਖਾਹ ਕਿੱਥੇ ਫਿੱਟ ਬੈਠਦੀ ਹੈ, ਤੇ ਹੋਰ ਪੇ ਕਮਿਸ਼ਨ ਨਾਲ ਜ਼ਰੂਰੀ ਕੁਝ 2-4 ਗੱਲਾਂ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਰ ਫਿਰ ਵੀ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਸਾਰਾ ਕੁਝ ਪਰਫੈਕਟ ਹੈ, ਕਿਉਂਕਿ ਪੇ ਕਮਿਸ਼ਨ ਦੀ 5 ਜੁਲਾਈ ਨੂੰ ਰਿਪੋਰਟ ਹੋਈ ਜਿਹੜੀ ਜਾਰੀ ਹੋਈ ਹੈ, ਉਹਨੂੰ ਅਜੇ ਸਮਝਣ 'ਚ ਅਜੇ ਹੋਰ ਟਾਈਮ ਲੱਗ ਰਿਹਾ। ਸੋ ਇਸ ਕਰਕੇ ਇੱਕ ਜਰਨਲ ਜਿਹਾ ਓਵਰਵਿਊ ਮੈਂ ਜ਼ਰੂਰ ਤੁਹਾਨੂੰ ਦੇਣਾ ਚਾਹੁੰਦਾ ਵਾਂ ਵੀ ਤਾਂ ਕਿ ਅਸੀਂ ਆਮ ਜਿਹੜੀ ਜਾਣਕਾਰੀ ਉਹ ਤੋਂ ਜ਼ਰੂਰ ਸਾਂਝਾ ਹੋ ਸਕੇ, ਪਤਾ ਲੱਗ ਸਕੇ ਕਿ ਲਗਭਗ ਸਾਡੀ ਤਨਖਾਹ ਕਿੱਥੇ ਫਿੱਟ ਹੋ ਸਕਦੀ ਹੈ ਤੇ ਕਿਹੜਾ ਜਰਨਲੀ ਫਿਟਮੈਂਟ ਟੇਬਲ ਜਿਹੜਾ ਜਾਰੀ ਕੀਤਾ ਗਿਆ। ਤੇ ਆਓ ਆਪਾਂ ਗੱਲ ਕਰੀਏ। ਤੁਹਾਡਾ ਸਵਾਗਤ ਹੈ। ਮੇਰੇ ਚੈਨਲ ਦਾ ਨਾਮ ਕੈਰੀਅਰ ਗੁਰੂ ਏਕੇ ਹੈ। ਕੈਰੀਅਰ ਜੀਕੇ ਜੋਬ ਰਿਲੇਟਡ ਜਿਹੜੀਆਂ ਆਮ ਕਰੰਟ ਅਫੇਅਰ ਤੇ ਵੀਡੀਓਜ਼ ਮੈਂ ਅਕਸਰ ਪਾਉਂਦਾ ਵਾਂ। ਸੋ ਆਓ ਆਪਾਂ ਦੇਖੀਏ ਇੱਕ ਲੈਟਰ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਬਈ ਆਪਸ਼ਨ ਦੇਣ ਬਾਰੇ। ਸਭ ਤੋਂ ਪਹਿਲੇ ਉਹ ਲੈਟਰ ਬਾਰੇ ਦੇਖ ਲੈਂਦੇ ਹਾਂ। ਲੈਟਰ ਕੀ ਕਹਿੰਦੀ ਹੈ? ਉਸ ਲੈਟਰ 'ਚ ਕਿਹਾ ਗਿਆ ਵਾ ਜਿਹੜੀ ਹੈ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਲੈਟਰ, ਉਹ 'ਚ ਕਿਹਾ ਗਿਆ ਵਾ ਵੀ ਵਿੱਤ ਵਿਭਾਗ ਵੱਲੋਂ 5/7 ਯਾਨੀ 5 ਜੁਲਾਈ ਨੂੰ ਜਾਰੀ ਅਧਿਸੂਚਨਾ ਜਿਹੜੀ ਹੈ ਉਹਦੇ ਅਧੀਨ ਹੀ ਜਿਹੜਾ ਵਾ ਨਵੇਂ ਤਨਖਾਹ ਸਕੇਲ ਆਪਟ ਕਰਨ ਲਈ ਆਪਸ਼ਨ ਦੇਣ ਸੰਬੰਧੀ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ। ਪੰਜਾਬ ਸਰਕਾਰ ਵਿੱਤ ਵਿਭਾਗ, ਆਓ ਆਪਾਂ ਲੈਟਰ ਪੜ੍ਹ ਲੈਂਦੇ ਹਾਂ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਪਰਸੋਨਲ ਸ਼ਾਖਾ 1 ਵੱਲੋਂ ਪੰਜਾਬ ਸਿਵਲ ਸੇਵਾਵਾਂ ਸੋਧੇ ਤਨਖਾਹ ਨਿਯਮਾਵਲੀ 2021 ਦੀ ਅਧਿਸੂਚਨਾ 5/7/2021 ਜਾਰੀ ਕੀਤੀ ਗਈ ਹੈ, ਜਿਸ ਦੀ ਕਾਪੀ ਨੱਥੀ ਕੀਤੀ ਜਾਂਦੀ ਹੈ। ਇਸ ਲਈ ਆਪ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਅਤੇ ਆਪਣੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਕਰਮਚਾਰੀਆਂ ਤੋਂ ਉਕਤ ਅਧਿਸੂਚਨਾ ਦੇ ਨਿਯਮ ਨੰਬਰ 6 ਅਨੁਸਾਰ ਨਵੇਂ ਤਨਖਾਹ ਸਕੇਲ ਆਪਟ ਕਰਨ ਲਈ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਸ਼ਨਾਂ ਮੁੱਖ ਦਫ਼ਤਰ ਨੂੰ ਭੇਜੀਆਂ ਜਾਣ। ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਮਿਤੀ 23/7/21 ਤੱਕ ਪ੍ਰਾਪਤ ਆਪਸ਼ਨਾਂ ਦੇ ਆਧਾਰ ਤੇ ਹੀ 23/7/21 ਤੱਕ ਪ੍ਰਾਪਤ ਆਪਸ਼ਨਾਂ ਦੇ ਆਧਾਰ ਤੇ ਹੀ ਮਹੀਨਾ ਜੁਲਾਈ 2021 ਦੀ ਤਨਖਾਹ ਨਵੇਂ ਸਕੇਲਾਂ ਅਨੁਸਾਰ ਡਰਾ ਕੀਤੀ ਜਾ ਸਕੇਗੀ। ਸੋ ਜੇਕਰ ਅਸੀਂ ਅਗਸਤ 2021 'ਚ ਆਪਣੀ ਤਨਖਾਹ ਜਿਹੜੀ ਹੈ ਉਹ ਨਵੇਂ ਪੇ ਸਕੇਲ ਨਾਲ ਲੈਣੀ ਹੈ ਤੇ 23 ਜੁਲਾਈ ਤੱਕ ਸਾਨੂੰ ਆਪਸ਼ਨ ਜਿਹੜੀ ਆਪਣੇ ਮਹਿਕਮੇ ਨੂੰ ਸਬਮਿਟ ਕਰਵਾਉਣੀ ਹੋਏਗੀ, ਨਹੀਂ ਤਾਂ ਮਹਿਕਮੇ ਦੇ ਆਫਿਸਰ ਖੁਦ ਹੀ ਉਹਨੂੰ ਆਪਸ਼ਨ ਮੰਨ ਕੇ ਕਰ ਲੈਣਗੇ। ਸੋ ਇਹਦੇ ਨਾਲ ਰਿਲੇਟਡ ਇੱਕ ਪੇਜ ਦਿੱਤਾ ਗਿਆ ਹੈ, ਇੱਕ ਫਾਰਮੈਟ ਦਿੱਤਾ ਗਿਆ ਹੈ। ਇਹ ਫਾਰਮ ਆਪਾਂ ਭਰ ਕੇ ਦੇਣਾ ਵਾ। ਫਾਰਮ ਬੜਾ ਹੀ ਸੌਖਾ ਹੈ, ਸਾਰਿਆਂ ਦਫ਼ਤਰਾਂ ਵਿੱਚ ਪਹੁੰਚ ਚੁੱਕਾ ਵਾ। 1/1/16 ਨੂੰ ਆਈ ਆਪਣਾ ਨਾਂ ਲਿਖ ਕੇ, ਇੱਥੇ ਆਪਣਾ ਨਾਂ ਲਿਖ ਕੇ ਹੇਅਰ ਬਾਈ ਆਪਟ ਫਾਰ ਦਾ ਰਿਵਾਈਜ਼ਡ ਪੇ ਸਟਰਕਚਰ ਵਿਦ ਇਫੈਕਟ ਫਰੋਮ 1/1/16 ਆਈ। ਫਿਰ ਆਪਣਾ ਨਾਂ ਲਿਖਣਾ ਹੇਅਰ ਬਾਈ ਆਪਟ ਦਾ ਮਲਟੀਪਲਾਈਂਗ ਫੈਕਟਰ ਆਫ ਐਜ਼ ਪਰ ਰੂਲ ਲਿਖ ਦੇਣਾ ਮੈਂ, ਅਤੇ ਮਲਟੀਪਲਾਈਂਗ ਫੈਕਟਰ ਲਿਖ ਦੇਣਾ ਮੈਂ, ਜਿਵੇਂ 2.59 ਵਗੈਰਾ ਵਾ, ਜਿਹੜਾ ਵੀ ਤੁਹਾਡੇ ਨਾਲ ਫਿੱਟ ਹੁੰਦਾ ਵਾ। ਸੋ ਸਿਗਨੇਚਰ ਨੇਮ ਡੈਜ਼ਿਗਨੇਸ਼ਨ ਅਤੇ IHRMS ਕੋਡ ਡਿਪਾਰਟਮੈਂਟ ਆਫਿਸ ਵਗੈਰਾ ਲਿਖ ਦੇਣਾ। ਇਹ ਫਾਰਮ ਭਰ ਕੇ 23/7 ਤੋਂ ਪਹਿਲੇ ਆਪਾਂ ਆਪ ਸਬਮਿਟ ਕਰਾਉਣਾ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿਹੜਾ ਪੇ ਕਮਿਸ਼ਨ ਹੈ ਉਹਦੀ ਗੱਲ ਕਰੀਏ ਤਾਂ ਉਹਦੇ 'ਚ ਕੀ ਕਿਹਾ ਗਿਆ ਵਾ। ਹਾਂਜੀ, ਇਹ ਹੈ ਉਹ ਗਜਟ ਨੋਟੀਫਿਕੇਸ਼ਨ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਵਾ। ਪੰਜਾਬ ਗੌਰਮੈਂਟ ਗਜਟ ਐਕਸਟਰਾਆਰਡਨਰੀ 5 ਜੁਲਾਈ ਨੂੰ ਜਾਰੀ ਕੀਤਾ ਵਾ ਗੌਰਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨਾਂਸ ਨੇ, ਜਿਹਦੇ 'ਚ ਪੇ ਕਮਿਸ਼ਨ ਬਾਰੇ ਗੱਲ ਕੀਤੀ ਗਈ ਹੈ। 5 ਜੁਲਾਈ ਨੂੰ ਜਾਰੀ ਕੀਤਾ ਗਿਆ ਇਹ ਨੋਟੀਫਿਕੇਸ਼ਨ। ਟਾਈਟਲ ਬਾਰੇ ਡੈਫੀਨੇਸ਼ਨ 'ਚ ਸਮਝਾਈਆਂ ਗਈਆਂ ਨੇ ਵੀ ਕੀ ਕੁਝ ਹੈ ਇਹ ਡੈਫੀਨੇਸ਼ਨ 'ਚ, ਕੀ ਕੁਝ ਹੈ ਇਹ ਕਮਿਸ਼ਨ, ਉਹਦੇ ਬਾਰੇ ਹੈ।
ਕੁਝ ਖਾਸ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ। ਸਭ ਤੋਂ ਪਹਿਲੇ ਲੈਵਲ ਆਫ ਪੋਸਟ। ਦ ਲੈਵਲ ਆਫ ਪੋਸਟ ਸ਼ੈਲ ਬੀ ਡਿਟਰਮਿਨਡ ਅਕਾਰਡਿੰਗਸ ਵਿਦ ਦਾ ਗਜ਼ਟ ਨੋਟੀਫਿਕੇਸ਼ਨ ਐਜ਼ ਦਾ ਪੋਸਟ ਐਜ਼ ਪਰ ਰਿਕਮੈਂਡੇਸ਼ਨ ਆਫ 5th ਪੇ ਕਮਿਸ਼ਨ ਨੋਟੀਫਾਈਡ ਬਾय ਦਾ ਗਵਰਨਮੈਂਟ ਇਨ ਦਾ ਈਅਰ 2009। ਇਹ ਕਹਿਣਾ ਕਿਹਾ ਵੀ ਪੰਜਾਬ ਸਰਕਾਰ ਨੇ ਜਿਹੜਾ 5ਵੇਂ ਪੇ ਕਮਿਸ਼ਨ ਦੀ ਨੋਟੀਫਿਕੇਸ਼ਨ ਅਨੁਸਾਰ ਜਿਹੜਾ ਨੋਟੀਫਾਈਡ ਕੀਤਾ ਗਿਆ ਸੀ, ਉਹਦੇ ਅਨੁਸਾਰ ਲੈਵਲ ਆਫ ਪੋਸਟਾਂ ਜਿਹੜੀਆਂ ਨੇ ਡਿਟਰਮਿਨ ਕੀਤੀਆਂ ਜਾਣ। ਇਹ ਕਿਹਾ ਗਿਆ ਵਾ ਕਿ 2009 ਵਿੱਚ ਜਿਹੜਾ ਜਾਰੀ ਕੀਤਾ ਗਿਆ ਗਜ਼ਟ ਨੋਟੀਫਿਕੇਸ਼ਨ ਹੈ, ਉਹਦੇ ਅਨੁਸਾਰ ਹੀ ਲੈਵਲ ਆਫ ਪੋਸਟਾਂ ਜਿਹੜੀਆਂ ਨੇ ਉਹ ਡਿਟਰਮਿਨ ਕੀਤੀਆਂ ਗਈਆਂ ਨੇ। ਅਗਲੀ ਗੱਲ ਇਹ ਕਹੀ ਗਈ ਹੈ, ਡਰਾਲ ਆਫ ਪੇ ਇਨ ਰਿਵਾਈਜ਼ਡ ਪੇ ਸਟਰਕਚਰ save as otherwise provided in these rules, a government employee shall draw pay in the level in the revised pay structure applicable to the post to which he is appointed। ਜਿਸ ਪੋਸਟ ਵਿੱਚ ਇੱਕ ਮੁਲਾਜ਼ਮ ਜਿਹੜਾ ਅਪੁਆਇੰਟ ਹੋਇਆ ਵਾ ਉਹਨੂੰ ਉਸੇ ਲੈਵਲ ਦੀ ਤਨਖਾਹ ਦਿੱਤੀ ਜਾਏਗੀ। ਅਗਲੀ ਗੱਲ ਇਹ ਕੀਤੀ ਗਈ ਹੈ, exercise of option, the government employee shall exercise option in the form appended to these rules so as to reach the authority specified in the subject rule 2 within a period of 2 months from the date of notification of these rules। ਇਹ ਬੜਾ ਸਪਸ਼ਟ ਹੈ, ਤੁਹਾਨੂੰ ਨੋਟੀਫਿਕੇਸ਼ਨ ਮੈਂ ਪਹਿਲੇ ਦਿਖਾ ਚੁੱਕਾ ਹਾਂ ਕਿ 23 ਜੁਲਾਈ ਤੱਕ ਨੋਟੀਫਿਕੇਸ਼ਨ ਸਬਮਿਟ ਕਰਨ ਨੂੰ ਕਿਹਾ ਗਿਆ ਹੈ। ਆਪਣੇ ਡਿਪਾਰਟਮੈਂਟ ਨੂੰ ਨਹੀਂ ਦੇਣਾ ਹੈ, ਠੀਕ ਹੈ। ਜੇਕਰ ਨਹੀਂ ਦਿੱਤਾ ਜਾਂਦਾ ਤਾਂ ਤੁਹਾਡਾ ਅਧਿਕਾਰੀ ਜਿਹੜਾ ਉਹ ਆਪਸ਼ਨ ਜਿਹੜਾ ਸਬਮਿਟ ਕਰ ਸਕਦਾ ਹੈ। ਇਸ ਤੋਂ ਇਲਾਵਾ ਅਗਲੀ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਹੈ ਫਿਕਸੇਸ਼ਨ ਆਫ ਪੇ ਇਨ ਦਾ ਰਿਵਾਈਜ਼ਡ ਪੇ ਸਟਰਕਚਰ। ਦ ਬੇਸਿਕ ਪੇ ਆਫ ਗਵਰਨਮੈਂਟ ਇੰਪਲਾਈ ਸ਼ੈਲ ਅਨਲੈਸ ਇਨ ਐਨੀ ਕੇਸ ਦ ਗਵਰਨਮੈਂਟ by special order otherwise direct be fixed in the revised pay structure in terms of provisions of these rules in the following manner namely। ਉਹਨਾਂ ਕਿਹਾ ਵੀ ਜਿਹੜਾ ਫਿਕਸੇਸ਼ਨ ਹੈ ਉਹ ਕੀਤੀ ਜਾਏਗੀ ਜਦੋਂ ਤੱਕ ਕਿ ਸਰਕਾਰ ਨੇ ਕੋਈ ਹੋਰ ਹੁਕਮ ਜਾਰੀ ਨਾ ਕੀਤਾ। ਦ ਗਵਰਨਮੈਂਟ ਇੰਪਲਾਈ ਰਿਕਰੂਟਡ, ਅਗਲੀ ਗੱਲ, ਦ ਗਵਰਨਮੈਂਟ ਇੰਪਲਾਈ ਰਿਕਰੂਟਡ ਇਨ ਦਾ ਸਰਵਿਸ 1/1/2016 on whom the instructions 15/1/2015 herein dated the revised pay shall determine the following। ਉਸ ਮੁਲਾਜ਼ਮ ਦਾ ਪੇ ਸਕੇਲ ਇਸ ਢੰਗ ਨਾਲ ਜਿਹੜਾ ਵਾ ਰਿਵਾਈਜ਼ ਕੀਤਾ ਜਾਏਗਾ। ਓਕੇ, ਅਗਲੀ ਗੱਲ ਹੈਗੀ ਹੈ ਡਰਾਲ ਆਫ ਰਿਵਾਈਜ਼ਡ ਪੇ। ਮੈਂ ਬਿਲਕੁਲ ਹੀ ਬਹੁਤ ਹੀ ਇੰਪੋਰਟੈਂਟ ਵਿੱਚੋਂ ਗੱਲਾਂ ਕਰਕੇ ਦਿਖਾ ਰਿਹਾ ਤੁਹਾਡੇ ਨਾਲ, ਸਿਰਫ ਸਾਰੀ ਗੱਲਬਾਤ ਨਹੀਂ ਕਰ ਪਾਵਾਂਗੇ। Yes, drawal of revised pay, the revised pay under these rules shall be drawn from the first day of July 2021 payable in August 2021। ਇਸ ਰਿਵਾਈਜ਼ ਪੇ ਨੂੰ ਮੁਲਾਜ਼ਮ ਲੈਣ ਦਾ ਹੱਕਦਾਰ ਹੈ 1 ਜੁਲਾਈ 2021 ਤੋਂ, ਜਿਹੜੀ ਕਿ ਤਨਖਾਹ ਦਿੱਤੀ ਜਾਣੀ ਹੈ ਅਗਸਤ 2021 ਵਿੱਚ। ਦ ਗਵਰਨਮੈਂਟ ਇੰਪਲਾਈ who was on extension in service, ਇਹ ਐਕਸਟੈਂਸ਼ਨ ਵਾਸਤੇ ਕੁਝ ਰੂਲਸ ਨੇ, ਅਲੱਗ ਨੇ ਉਹ। ਅਗਲੀ ਗੱਲ ਏਰੀਅਰ ਆਫ ਰਿਵਾਈਜ਼ ਪੇ, ਇਹ ਵੀ ਧਿਆਨ ਨਾਲ ਵੇਖਣ ਵਾਲੀ ਗੱਲ ਹੈ। ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਦੀਜ਼ ਰੂਲਸ ਦ ਏਰੀਅਰ ਵਿਦ ਇਫੈਕਟ ਫਰੋਮ 1 ਜਨਵਰੀ 2016 1 ਜਨਵਰੀ 2016 30th day of June 2021 shall be paid in the such manner and at such time as may be approved by the government। ਇਹਦੇ 'ਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ ਵੀ 1 ਜਨਵਰੀ 2016 ਤੋਂ ਏਰੀਅਰ ਜਿਹੜਾ ਦਿੱਤਾ ਜਾਏਗਾ 30 ਜੂਨ 2021 ਤੱਕ। 1 ਜਨਵਰੀ 16 ਤੋਂ ਲੈ ਕੇ 30 ਜੂਨ 2021 ਤੱਕ ਜਿਹੜਾ ਏਰੀਅਰ ਦਿੱਤਾ ਜਾਏਗਾ। ਪੇਡ ਇਨ ਸੱਚ ਏ ਮੈਨਰ, ਉਸ ਢੰਗ ਨਾਲ ਦਿੱਤਾ ਜਾਏਗਾ ਜਿਵੇਂ ਕਿ ਸਰਕਾਰ ਸਮੇਂ-ਸਮੇਂ 'ਤੇ ਹਦਾਇਤਾਂ ਦੇਵੇਗੀ। 10ਵੀਂ ਜਿਹੜੀ ਗੱਲ ਉਹ 'ਚ ਲਿਖ ਗਿਆ rate of increment in the revised pay structure। The rate of increment in the revised pay structure shall be 3% of the basic pay। 3% ਬੇਸਿਕ ਦਾ 3% ਜਿਹੜਾ ਵਾ ਉਹ ਜਿਹੜਾ ਇਨਕਰੀਮੈਂਟ ਜਿਹੜੀ ਆ ਲਗਾਈ ਜਾਏਗੀ ਯੂਨੀਫਾਰਮਲੀ ਸਾਰਿਆਂ ਵਾਸਤੇ ਇੱਕੋ ਜਿਹਾ
for all the government employees, which is reflected in the vertical range of each cell of the pay matrix, ਜਿਹੜਾ ਕਿ ਦਿਖਾਇਆ ਗਿਆ ਹੈ ਪੇ ਮੈਟ੍ਰਿਕਸ ਵਿੱਚ। ਇਸ ਤੋਂ ਇਲਾਵਾ okay, date of next increment. The next increment of government employee whose pay has been fixed in the revised pay structure in accordance with the rule 7 shall be granted on the date he would have drawn his increment had he continued in the existing scale। ਉਸੇ ਤਰ੍ਹਾਂ ਹੀ ਜਿਹੜੀ ਡੇਟ ਆਫ ਨੈਕਸਟ ਇੰਕਰੀਮੈਂਟ ਹੈ ਜਿਵੇਂ ਉਹਦੀ ਪ੍ਰੈਜੈਂਟ ਸਕੇਲ ਵਿੱਚ ਚੱਲ ਰਹੀ ਹੈ। ਓਕੇ ਜੀ, ਸੋ ਨੈਕਸਟ ਜਿਹੜੀ ਗੱਲ ਹੈ, ਕੁਝ ਇਲਸਟ੍ਰੇਸ਼ਨ ਨੇ, ਕੁਝ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ ਕਿਵੇਂ ਕਿਸੇ ਮੁਲਾਜ਼ਮ ਦੀ ਤਨਖਾਹ ਜਿਹੜੀ ਉਹ ਫਿੱਟ ਹੋ ਰਹੀ ਹੈ। ਇਹ ਐਗਜ਼ਾਮਪਲ ਹੈ ਉਸ ਮੁਲਾਜ਼ਮ ਦੀ ਜਿਹਦੀ ਡੇਟ ਆਫ ਜੁਆਇਨਿੰਗ 2013 ਹੈ, 1/9/2013 ਨੂੰ ਮੰਨ ਲਓ ਮੁਲਾਜ਼ਮ ਨੇ ਜੁਆਇਨ ਕੀਤਾ। ਪੇ ਬੈਂਡ ਉਹਦਾ 5ਵੇਂ ਪੇ ਕਮਿਸ਼ਨ ਦੇ ਵਿੱਚ ਪੇ ਬੈਂਡ ਜਿਹੜਾ ਸੀ PB3 ਸੀਗਾ 10,300 34,800 ਸੀਗਾ, ਅਤੇ ਉਹਦਾ ਗ੍ਰੇਡ ਪੇ ਸੀਗਾ 4400, ਜਿਸ ਦਾ ਗ੍ਰੇਡ ਪੇ 4400 ਸੀ। 2013 1/9/2013 ਨੂੰ ਉਹਨੇ ਜੁਆਇਨ ਕੀਤਾ ਅਤੇ ਉਹਦਾ ਜਿਹੜਾ ਵਾ ਪੇ ਬੈਂਡ ਬਣਿਆ ਸੀਗਾ ਉਹਦਾ 3 10,300 34,800 ਦੇ ਨਾਲ, ਅਤੇ ਗ੍ਰੇਡ ਪੇ ਕੀ ਬਣੇਗੀ, ਉਹਦੀ ਗ੍ਰੇਡ ਪੇ ਕੀ ਹੋਏਗੀ 5,000 ਐਜ਼ ਔਨ 1/12/2011 2011 'ਚ ਜਿਹੜਾ ਉਹਨੇ ਰਿਵੀਜ਼ਨ ਕਰ ਲਈ 2011 'ਚ, ਅਤੇ ਉਹਦਾ ਬਣ ਗਿਆ ਜੀ 4400 ਸੀ, ਉਹਦਾ ਬਣ ਗਿਆ 5,000। ਹੁਣ ਲੈਵਲ ਕਰੋਸਪੋਂਡਿੰਗਸ ਟੂ 4400 ਗ੍ਰੇਡ ਪੇ ਐਜ਼ ਪਰ 6th ਪੇ ਕਮਿਸ਼ਨ, 4400 ਗ੍ਰੇਡ ਪੇ ਨਾਲ ਉਹਦਾ ਲੈਵਲ ਬਣ ਗਿਆ ਨਵੇਂ ਪੇ ਬੈਂਡ ਦੇ ਵਿੱਚ ਲੈਵਲ 13ਵਾਂ ਬਣ ਗਿਆ। ਹੁਣ ਲੈਵਲ 13ਵੇਂ ਦੇ ਅਨੁਸਾਰ ਫਿਰ ਕਿੱਦਾਂ ਉਹਦੀ ਪੇ ਬਣੇਗੀ। ਪੇ ਡਰਾਨ ਐਜ਼ ਔਨ 31/12/15 31/12/15 ਤੱਕ ਕੀ ਸੀਗਾ, 1/9/13 ਨੂੰ ਉਹਦਾ ਪੇ ਇਨ ਦਾ ਪੇ ਬੈਂਡ 13,450, ਗ੍ਰੇਡ ਪੇ 5,000, ਬੇਸਿਕ ਪੇ ਬਣ ਗਈ ਉਹਦੀ ਇਹਨਾਂ ਦੋਵਾਂ ਨੂੰ ਜੋੜ ਕੇ 18,450, ਇਹ ਉਹਦੀ ਬੇਸਿਕ ਪੇ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਇੱਕ ਇਨਕਰੀਮੈਂਟ ਲੱਗੀ, ਦੂਜੀ ਲੱਗ ਗਈ, ਅਤੇ ਉਹਦੀ ਜਿਹੜਾ 19,590 19,000 ਇਹਨੂੰ ਮੰਨ ਲਓ, ਇਹਨੂੰ ਮੰਨ ਲਿਆ ਗਿਆ 2 ਸਾਲ ਬਾਅਦ 15 'ਚ ਆ ਗਿਆ ਉਹ 19,590, ਅਤੇ 19,500 ਨੂੰ 2.25 ਨਾਲ ਮਲਟੀਪਲਾਈ ਕਰਨ 'ਤੇ ਬਣ ਜਾਂਦੀ ਹੈ 44,077.50, ਅਤੇ ਇਹਨੂੰ ਫਾਈਨਲੀ ਕਰ ਲਿਆ ਗਿਆ 44,078 44078। ਸੋ 44,078 ਰੁਪਈਏ ਉਹਦੀ ਇਨੀਸ਼ੀਅਲ ਪੇ ਉਹਦੀ ਜਿਹੜੀ ਹੈ ਨੈਕਸਟ ਪੇ ਜਿਹੜੀ ਹੈ ਬਣਦੀ ਹੈ। ਠੀਕ ਹੈ ਜੀ, ਬੇਸਿਕ ਪੇ ਬਣਦੀ ਹੈ 44,078 ਰੁਪਈਏ। ਮੈਥਡ ਦੂਜਾ ਇਹਦੇ ਨਾਲ ਹੀ ਜਿਹੜਾ ਵਾ ਨੋਸ਼ਨਲ ਪੇ ਐਜ਼ ਔਨ 31/12/2015, ਜੇ 31/12/2015 ਦੇ ਵਿੱਚ ਮੰਨ ਲਓ 13,020 ਉਹਦੀ ਤਨਖਾਹ ਸੀ, ਗ੍ਰੇਡ ਪੇ 4400 ਸੀ, ਬਣ ਗਿਆ 17,420। ਫਿਰ 2 ਇਨਕਰੀਮੈਂਟ ਲੱਗ ਕੇ ਉਸ ਤੋਂ ਬਾਅਦ ਬਣ ਜਾਂਦੀ ਹੈ ਉਹਦੀ 18,490 ਰੁਪਏ। ਠੀਕ ਹੈ, ਇਹ 2011 ਦੇ ਵਿੱਚ ਇਹ ਸਮਝ ਲਓ ਵੀ 2011 ਵਾਲਾ ਫਾਰਮੂਲਾ ਇਹਦੇ 'ਚ ਨਹੀਂ ਲੱਗਾ। ਫਿਰ ਕੀ ਹੋਣਾ, ਫਿਰ ਹੋਣਾ 18,490 ਨੂੰ 2.59 ਨਾਲ ਮਲਟੀਪਲਾਈ ਕੀਤਾ, 2.59 ਨਾਲ ਮਲਟੀਪਲਾਈ ਕਰਨ ਤੋਂ ਬਾਅਦ ਬਣ ਗਈ 47,899 ਰੁਪਏ 10 ਪੈਸੇ, ਜਿਹਨੂੰ ਆਪਾਂ 47,899 ਰੁਪਏ ਕਹਾਂਗੇ। ਸੋ ਇੱਥੇ ਫ਼ਰਕ ਦੇਖਣ ਵਾਲਾ ਇਹ ਹੈ ਕਿ ਜੇਕਰ ਉਹ 2011  'ਚ ਆਉਂਦਾ ਵਾ ਤਾਂ ਉਹਦੀ ਬਣਦੀ ਹੈ 44,078 ਰੁਪਏ, ਅਤੇ ਜੇਕਰ ਉਹ 2011 ਵਾਲਾ ਆਪਸ਼ਨ ਨਹੀਂ ਲੈਂਦਾ ਤਾਂ ਉਹਦੀ ਬਣਦੀ ਹੈ 47,899 ਰੁਪਏ। ਇਸ ਹਿਸਾਬ ਨਾਲ 2011 ਵਾਲਾ ਜਿਹੜਾ ਰਿਵੀਜ਼ਨ ਸੀ ਉਹਨੂੰ ਛੱਡ ਕੇ ਉਹਦੀ ਤਨਖਾਹ ਜ਼ਿਆਦਾ ਬਣਦੀ ਹੈ। ਨੈਕਸਟ ਸਮਝਾਇਆ ਗਿਆ ਵਾ ਵੀ ਮੰਨ ਲਓ
47,899 ਬਣਦੀ ਹੈ, ਜਾਂ ਪਹਿਲੇ ਵਾਲੀ ਦੇਖ ਲਓ 44,078। ਹੁਣ ਇਹਨੂੰ ਉਹਨੇ ਲਿਆ ਵੈ, ਇਹ ਦੇਖੋ ਜੀ, ਪੇ ਬੈਂਡ, ਪੰਜਵਾਂ ਪੇ ਬੈਂਡ ਜਿਹੜਾ 10,300 ਤੋਂ 34,800 ਸੀ, ਗ੍ਰੇਡ ਪੇ 4,400 ਸੀ, ਲੈਵਲ 6ਵਾਂ ਸੀ 6ਵੇਂ ਪੇ ਕਮਿਸ਼ਨ 'ਚ, ਠੀਕ ਹੈ। 6ਵੇਂ ਪੇ ਕਮਿਸ਼ਨ 'ਚ 13ਵਾਂ ਲੈਵਲ ਹੈ। ਸੈੱਲ 1 ਜਿਹੜਾ ਪਹਿਲੇ ਇੰਕਰੀਮੈਂਟ ਤੋਂ ਬਗੈਰ ਬਣ ਗਿਆ 46,000, ਫਿਰ ਬਣ ਗਿਆ 47,400, ਫਿਰ ਬਣ ਗਿਆ 48,800, 39,800 ਰੁਪਈਆ ਸੈੱਲ 3 ਵਾਲੀ ਉਹਦੀ ਸੈਲਰੀ ਬਣੀ। ਤੇ ਰਿਵਾਈਜ਼ਡ ਪੇ ਇਨ ਪੇ ਮੈਟ੍ਰਿਕਸ ਆਈਦਰ ਇਕੁਅਲ ਟੂ ਔਰ ਨੈਕਸਟ ਹਾਇਰ ਟੂ ਰੁਪੀਜ਼ 47,899 ਇਨ ਲੈਵਲ 13 ਐਜ਼ ਔਨ 1/1/2016। 1/1/2016 'ਚ ਉਹਦੀ ਫਿਟਮੈਂਟ ਬੈਠੇਗੀ 48,800 ਰੁਪਏ 'ਤੇ, ਜੇਕਰ ਉਸ ਢੰਗ ਨਾਲ ਉਹ ਜਾਂਦਾ ਵਾ। 47,899 ਬਣੇ ਸੀ, ਇਹ ਦੇਖੋ 47,899 ਬਣੇ ਸੀ ਉਹਦੇ, 47,899 ਬਣੇ ਸੀ। ਅਤੇ ਉਹਦਾ ਨੈਕਸਟ ਲੈਵਲ ਜਿਹੜਾ ਵਾ ਉਸ 47,899 ਕੁਝ ਵੀ ਕਿਤੇ ਵੀ ਨਹੀਂ ਸੀ। ਸੋ ਸੈੱਲ 3 ਦੇ ਵਿੱਚ ਆਉਂਦਾ ਸੀ, ਉਹ ਸੈੱਲ 3 'ਚ ਬਣ ਗਿਆ 48,800 ਰੁਪਏ। ਇਹ ਦੇਖੋ ਸੈੱਲ 3 'ਚ ਆ ਰਿਹਾ 48,800 ਰੁਪਈਆ ਬੇਸਿਕ ਪੇ ਬਣੇਗੀ ਉਹਦੀ। ਕਦੋਂ ਜੀ, ਕਦੋਂ ਬਣੇਗੀ? 1/1/16 'ਚ, 1/1/16 'ਚ ਬਣੇਗੀ। ਸੋ ਮੈਨੂੰ ਆਸ ਹੈ ਕਿ ਕੁਝ ਨਾ ਕੁਝ ਜ਼ਰੂਰ ਤੁਹਾਨੂੰ ਅੰਡਰਸਟੈਂਡਿੰਗ ਹੋਈ ਹੋਵੇਗੀ ਵੀ ਕਿਵੇਂ ਕਿਸੇ ਦੀ ਬੇਸਿਕ ਪੇ ਬਣਾਈ ਜਾ ਰਹੀ ਹੈ, ਕਿਵੇਂ ਫਿਟਮੈਂਟ ਟੇਬਲ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ। ਕੁਝ ਤੁਹਾਨੂੰ ਮੈਂ ਫਿਟਮੈਂਟ ਕੁਝ ਟੇਬਲ ਦਿਖਾ ਰਿਹਾ ਹਾਂ, ਉਹ ਵੀ ਇੱਕ ਵਾਰ ਤੁਸੀਂ ਦੇਖ ਲੈਣਾ। ਹਾਂਜੀ, ਸੋ ਜਿਹੜੇ ਟੇਬਲ ਦਿਖਾਏ ਗਏ ਨੇ ਇੱਕ ਵਾਰ ਦੇਖੀਏ ਆਪਾਂ। ਜਿਹੜੀ ਬੇਸਿਕ ਪੇ ਪੰਜਵੇਂ ਪੇ ਕਮਿਸ਼ਨ 'ਚ 4900 10,680 ਸੀ, ਉਹਦੀ ਗੱਲ ਹੋਈ ਹੈ। 1,300 ਤੋਂ ਲੈ ਕੇ 1,650 ਰੁਪਏ ਤੱਕ ਗ੍ਰੇਡ ਪੇ ਜਿਨ੍ਹਾਂ ਦੀ ਸੀ, 1,300 ਤੋਂ ਲੈ ਕੇ 1,650 ਰੁਪਏ ਤੱਕ ਗ੍ਰੇਡ ਪੇ ਸੀ। 1,300 1,400 1,650 ਉਹਨਾਂ ਸਾਰਿਆਂ ਨੂੰ ਇੱਥੇ ਫਿੱਟ ਕੀਤਾ ਗਿਆ ਹੈ। ਦੇਖੋ 2.59 ਨਾਲ ਮਲਟੀਪਲਾਈ ਕੀਤਾ ਗਿਆ। ਲੈਵਲ ਦੇਖੋ ਲਿਖਿਆ ਹੋਇਆ, ਇਹ ਲੈਵਲ 1 ਹੈ ਅਤੇ ਇੱਧਰ ਅਗਲਾ ਲੈਵਲ 2 ਹੈ। 1,800 ਰੁਪਏ ਬੇਸਿਕ ਪੇ ਨਾਲ ਇਨੀਸ਼ੀਅਲ ਪੇ 7,100 ਬਣਦੀ ਸੀ। ਗਰੁੱਪ ਡੀ ਹੈ, 2.59 ਨਾਲ ਮਲਟੀਪਲਾਈ ਕੀਤਾ ਗਿਆ ਵਾ, ਅਤੇ ਲੈਵਲ ਦੂਜਾ ਹੈ ਅਤੇ ਤਨਖਾਹ ਬਣਦੀ ਹੈ 18,400 ਰੁਪਏ। ਇਸ ਤੋਂ ਇਲਾਵਾ ਇਹ ਥੱਲੇ 40 ਸੈੱਲ ਦਿੱਤੇ ਗਏ ਨੇ, ਜਿਹੜਾ ਜਿੱਥੇ ਫਿੱਟ ਹੁੰਦਾ ਵਾ 18,400 ਤੋਂ ਸ਼ੁਰੂ ਕਰਕੇ ਫਿਰ 19,000, ਫਿਰ 19,600, 20,200। ਇਹ ਤੁਸੀਂ ਦੇਖਦੇ ਰਹੋ ਨਾਲ ਨਾਲ ਇੱਦਾਂ ਜਿਹੜੇ ਨੇ ਠਾਂ ਨੂੰ 40 ਸੈੱਲ ਦਿੱਤੇ ਹੋਏ ਨੇ। ਬਾਕੀ ਤੁਸੀਂ ਵਧੀਆ ਰੈਫਰੈਂਸ ਵਾਸਤੇ ਤੁਸੀਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ 5 ਜੁਲਾਈ ਨੂੰ ਜਾਰੀ ਕੀਤੀ ਹੈ, 6ਵੇਂ ਪੇ ਕਮਿਸ਼ਨ ਦੀ ਰਿਪੋਰਟ, ਉਹ ਵੀ ਦੇਖ ਸਕਦੇ ਹੋ। ਇਸ ਤੋਂ ਅੱਗੇ ਚੱਲੋ ਆਪਾਂ ਅਗਲਾ ਇੱਕ ਵਾਰੀ ਤੁਹਾਡਾ ਜਰਨਲ ਜਿਹਾ ਜ਼ਰੂਰ ਸਾਰੇ ਬੇਸਿਕ ਪੇ ਦੇ ਨਾਲ ਆਪਾਂ ਦਿਖਾ ਦਿਆਂਗੇ। $5,910 ਤੇ 20,200 ਪੇ ਬੈਂਡ ਦੂਜਾ ਜਿਹੜਾ, ਇਹਦੇ 'ਚ ਜਿਹਦੀ 1,900 ਗ੍ਰੇਡ ਪੇ ਸੀ, ਗ੍ਰੇਡ ਪੇ ਜਿਹਦੀ 1,900 ਸੀ, ਇਨੀਸ਼ੀਅਲ ਪੇ 7,810 ਬਣਦੀ ਸੀ। ਗਰੁੱਪ ਸੀ 'ਚ ਆ ਗਿਆ, 2.59 ਨਾਲ ਮਲਟੀਪਲਾਈ ਕਰੇਗਾ। ਲੈਵਲ ਤੀਜਾ ਆ ਗਿਆ, ਤੁਹਾਨੂੰ ਦੱਸਿਆ ਸੀ ਮੈਂ ਲੈਵਲ ਦੀ ਗੱਲ ਵੀ ਕਰ ਰਹੇ ਨਾਲ ਨਾਲ। ਸੋ ਲੈਵਲ ਤੀਜਾ ਆ ਗਿਆ, ਅਤੇ ਜਿਹਦੀ 1,900 ਬੇਸਿਕ ਪੇ ਸੀ, ਗ੍ਰੇਡ ਪੇ ਸੀ, ਉਹਦੀ ਬਣ ਗਈ ਹੈ 20,200। ਜਿਹਦੀ 1,950 ਗ੍ਰੇਡ ਪੇ ਸੀ, ਉਹਦੀ ਬਣ ਗਈ ਹੈ, ਇਹ ਦੇਖੋ 20,600। ਜਿਹਦੀ 2,000 ਸੀ, ਉਹਦੀ ਬਣ ਗਈ 21,300। 2,400 ਸੀ, ਬਣ ਗਈ 25,600। 2,400 ਗ੍ਰੇਡ ਪੇ, ਅਸੀਂ ਸਿਰਫ ਗ੍ਰੇਡ ਪੇ ਦੇ ਨਾਲ ਦਿਖਾ ਰਿਹਾ ਮੈਂ। 2,800 ਸੀ ਅਤੇ ਉਹਦੀ ਬਣ ਗਈ 28,900। ਜਿਹਦੀ 3,000 ਸੀ, ਉਹਦੀ ਬਣ ਗਈ 29,700। ਇਹ ਇਨੀਸ਼ੀਅਲ ਸਟੇਜ ਆ। ਉਸ ਤੋਂ ਬਾਅਦ ਹੇਠਾਂ ਦੇਖੋ 1 2 3 4 5 ਇੱਦਾਂ 40 ਜਿਹੜੇ ਨੇ ਸੈੱਲ ਦਿੱਤੇ ਹੋਏ ਨੇ। ਉਹ ਜਿੱਥੇ ਕੋਈ ਫਿੱਟ ਹੁੰਦਾ ਵਾ ਉੱਥੇ ਉਹਨੂੰ ਫਿੱਟ ਕੀਤਾ ਜਾ ਸਕਦਾ। ਅਤੇ ਹੁਣ ਤੱਕ ਆਪਾਂ 8ਵੇਂ ਲੈਵਲ ਤੱਕ ਦੀ ਗੱਲ ਕਰ ਚੁੱਕੇ ਹਾਂ। ਲੈਵਲ ਇਹ ਦੇਖੋ ਜੀ, ਲੈਵਲ ਨੇ ਇਹ 8ਵੇਂ ਲੈਵਲ ਤੱਕ ਦੀ ਗੱਲ ਹੋ ਗਈ। ਅੱਗੇ 9ਵਾਂ ਲੈਵਲ ਦੇਖਣੇ ਆ। ਲਓ ਜੀ, ਇਹ ਹੈ 9ਵਾਂ ਲੈਵਲ।
देखो लैवल 9वां 10वां 11वां 12वां 13वां 14वां 15वां 16वां 17वें लैवल तक। सो ये 10,300 34,800 PB3 है। जिन्हां दी बेसिक पे 3200 सी उन्हां दी बेसिक पे जिहड़ी है 2.64 नाल मल्टीप्लाई करके 35,600। जिन्हां दी 3600 38,400 3800 सी 38,400 4200 बेसिक पे ग्रेड पे सी 43,000 बन जाएगा। 4400 ग्रेड पे सी तो 46,000 हो जाएगा। 4600 सी तो 47,600 हो जाएगा। 4800 ग्रेड पे सी 48,200। 5,000 ग्रेड पे सी जेकर 5,000 सॉरी जेकर यस जेकर 5,000 ग्रेड पे सी तो 48,700। 5400 ग्रेड बेसिक पे सी तो 53,600। ये ਜਿਹੜਾ 5400 है ये 17वां लैवल तक आ गया जी। लैवल 17 तुसीं देख सकते हो, लैवल 17 तक है। अगे जी इस तो अगे लैवल 18वां देखो। लैवल 18वां ਜਿਹੜਾ ਉਹ ਇਹ ਹੈ लैवल 18वें ਤੋਂ ਲੈ ਕੇ लैवल 26 तक है। ਇੱਥੇ ਜਿਹੜਾ ਵਾ 5ਵੇਂ ਪੇ ਕਮਿਸ਼ਨ ਅਨੁਸਾਰ ਜਿਨ੍ਹਾਂ ਦੀ 15,600 ਤੇ 39,100 PB4 ਦੇ ਵਿੱਚ ਸੀ ਉਹਨਾਂ ਬਾਰੇ ਬੇਸਿਕਲੀ ਗੱਲ ਹੋਈ ਹੈ। 5400 ਗ੍ਰੇਡ ਪੇ ਇਨੀਸ਼ੀਅਲ ਪੇ 21,000 ਰੁਪਈਆ ਗਰੁੱਪ A ਬਣ ਗਿਆ। ਇੰਡੈਕਸ ਦੇ ਵਿੱਚ 2.67 ਨਾਲ ਮਲਟੀਪਲਾਈ ਕਰਨਾ ਹੈ। 18ਵਾਂ ਲੈਵਲ ਹੈ ਤੇ ਪਹਿਲੇ ਲੈਵਲ ਤੇ ਤਨਖਾਹ ਬਣੇਗੀ 56,100 ਰੁਪਏ 56,100 ਠੀਕ ਹੈ। ਦੂਜੇ ਲੈਵਲ ਤੇ 57,000 ਨਾਲ 60,900 6,000 ਬੇਸਿਕ ਗ੍ਰੇਡ ਪੇ ਨਾਲ 64,500 6600 ਨਾਲ 67,400 7400 ਨਾਲ 83,100 7600 ਨਾਲ 83,600 7800 ਨਾਲ 91,500 8200 ਨਾਲ 1,07,100 8400 ਨਾਲ 1,15,000 ਰੁਪਏ ਜਿਹੜਾ ਵੈ ਉਹ 6ਵੇਂ ਪੇ ਕਮਿਸ਼ਨ ਅਨੁਸਾਰ ਬਣਾਈ ਗਈ ਹੈ। ਇਸ ਤੋਂ ਅਗਲਾ ਲੈਵਲ ਹੈ ਜੀ, ਅਗਲਾ ਲੈਵਲ ਹੈ 27ਵਾਂ। 27ਵੇਂ ਤੋਂ ਲੈ ਕੇ 31ਵੇਂ ਲੈਵਲ ਤੱਕ ਗੱਲ ਕੀਤੀ ਗਈ ਹੈ। ਜਿਹੜਾ 27ਵਾਂ ਲੈਵਲ ਹੈ ਇਹ ਉਹਨਾਂ ਨੂੰ ਦਿੱਤਾ ਗਿਆ ਵਾ ਜਿਹਦੀ ਗ੍ਰੇਡ ਪੇ 8600 ਸੀ। ਸੋ 46,000 ਰੁਪਈਆ ਇਨੀਸ਼ੀਅਲ ਪੇ ਉਹਨਾਂ ਦੀ ਸੀ ਪਹਿਲੇ। ਗ੍ਰੇਡ ਏ ਗਰੁੱਪ ਏ 'ਚ ਆਉਂਦੇ ਆ। ਇੰਡੈਕਸ 2.67 ਨਾਲ ਮਲਟੀਪਲਾਈ ਕਰਨਾ। 27ਵਾਂ ਲੈਵਲ ਹੈ ਤੇ ਤਨਖਾਹ ਬਣੇਗੀ 1,22,800 ਠੀਕ ਹੈ। ਇਸੇ ਤਰ੍ਹਾਂ 8700 ਹੋਏਗਾ ਤੇ 1,23,100। 8800 ਹੋਏਗਾ ਤੇ 1,23,400। 9900 ਹੋਏਗਾ 1,29,700। 10,000 ਹੋਏਗਾ ਤੇ 1,48,800। 31ਵੇਂ ਲੈਵਲ ਤੱਕ ਜਿਹੜੀ ਤਨਖਾਹ ਹੈ ਉਹ 6ਵੇਂ ਪੇ ਕਮਿਸ਼ਨ ਅਨੁਸਾਰ ਉਹ ਦੱਸੀ ਗਈ ਹੈ। ਇਸੇ ਤਰ੍ਹਾਂ 40 ਇਹਦੇ ਲੈਵਲ ਨੇ। ਹੇਠਾਂ ਇਲਸਟ੍ਰੇਸ਼ਨ ਦਿੱਤੀ ਗਈ ਹੈ। ਇਲਸਟ੍ਰੇਸ਼ਨ ਮੈਂ ਤੁਹਾਨੂੰ ਸਮਝਾ ਚੁੱਕਾ ਵਾਂ ਜਨਰਲ ਜੀ। ਸੋ ਮੁਲਾਜ਼ਮ ਸਾਥੀਓ ਮੈਂ ਬੇਸਿਕ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੂਰੀ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਪੇ ਕਮਿਸ਼ਨ ਦੇਖੋ, ਆਪਣੇ ਆਪਣੇ ਆਫਿਸਸ ਦੇ ਵਿੱਚ ਡਿਸਕਸ਼ਨ ਕਰਕੇ ਸਹੀ ਨਤੀਜੇ 'ਤੇ ਪਹੁੰਚਣਾ ਵਾ। ਇਹ ਜ਼ਰੂਰੀ ਨਹੀਂ ਕਿ ਮੇਰੀ ਕੈਲਕੂਲੇਸ਼ਨ ਬਿਲਕੁਲ ਸਹੀ ਹੋਵੇ ਜਾਂ ਤੁਹਾਨੂੰ ਸਮਝ ਲੱਗਦੀ ਹੈ। ਜੋ ਪੇ ਕਮਿਸ਼ਨ ਸੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀਡੀਓ ਵੇਖਣ ਲਈ ਬਹੁਤ ਧੰਨਵਾਦ। ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਜਰਨਲ ਜਿਹੜੀ ਜਾਣਕਾਰੀ ਦਿੱਤੀ ਜਾਏ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਕੈਰੀਅਰ ਗੁਰੂ AK ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਾਓ। ਜਨਰਲ ਨੌਲੇਜ, ਕੈਰੀਅਰ ਨਾਲ ਰਿਲੇਟਡ, ਜੌਬ ਨਾਲ ਰਿਲੇਟਡ ਜਿਹੜੀਆਂ ਵੀਡੀਓਜ਼ ਨੇ, ਮੈਂਟਲ ਐਬਿਲਿਟੀ ਨਾਲ ਰਿਲੇਟਡ ਮੈਂ ਪਾਉਂਦਾ ਰਹਿੰਦਾ ਵਾਂ। ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਧੰਨਵਾਦ। ਥੈਂਕ ਯੂ।